आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਤੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਜਯੰਤੀਆਂ ਤੇ ਆਜ਼ਾਦੀ ਸੰਗਰਾਮੀ ਯੂ ਕਿਆਂਗ ਨਾਗਬਾ ਅਤੇ ਆਜ਼ਾਦੀ ਘੁਲਾਟੀਏ ਤੇ ਸਿੱਖਿਆ ਸ਼ਾਸਤਰੀ ਕਨਈਆ ਲਾਲ ਮਾਨਿਕ ਲਾਲ ਮੁਨਸ਼ੀ ਬਾਰੇ ਜਾਣਕਾਰੀ ਦੇ ਰਹੇ ਹਾਂ। ਦਸੰਬਰ 1943 ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਪਹਿਲੀ ਵਾਰ ਪੋਰਟ ਬਲੇਅਰ ਵਿਚਲੇ ਜਿਮਖਾਨਾ ਗਰਾਊਂਡ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਤੇ ਇਸ ਨੂੰ ਬਰਤਾਨਵੀ ਹਕੂਮਤ ਤੋਂ ਮੁਕਤ ਪਹਿਲਾ ਭਾਰਤੀ ਇਲਾਕਾ ਐਲਾਨਿਆ। ਇਸ ਨੂੰ ਹੁਣ ਨੇਤਾ ਜੀ ਸਟੇਡੀਅਮ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਫਿਰੰਗੀਆਂ ਕੀ ਕਾਮ ਪਰ वो कहर बन के छाएंगे सुभाष जी वो जा। ਨੇਤਾ ਜੀ ਨੇ ਅੰਡੇਮਾਨ ਦਵੀਪ ਨੂੰ ਸ਼ਹੀਦ ਅਤੇ ਨਿਕੋਬਾਰ ਦਵੀਪ ਨੂੰ ਸਵਰਾਜ ਦਾ ਨਾਂ ਦਿੱਤਾ ਤੇ INA ਜਨਰਲ AD ਲੋਗਾਨਾਥਨ ਨੂੰ ਇੱਥੋਂ ਦਾ ਗਵਰਨਰ ਨਿਯੁਕਤ ਕੀਤਾ। ਆਜ਼ਾਦ ਹਿੰਦ ਸਰਕਾਰ ਹੁਣ ਸਿਰਫ ਜਲਾਵਤਨੀ ਸਰਕਾਰ ਨਹੀਂ ਸੀ, ਬਲਕਿ ਉਸ ਦੀ ਆਪਣੀ ਜ਼ਮੀਨ, ਆਪਣੀ ਕਰੰਸੀ, ਨਾਗਰਿਕ ਜ਼ਾਬਤਾ ਤੇ ਇੱਥੋਂ ਤੱਕ ਕਿ ਡਾਕ ਟਿਕਟ ਵੀ ਸੀ। ਅਸੀਂ ਜਯੰਤੀਆਂ ਦੇ ਆਜ਼ਾਦੀ ਸੰਗਰਾਮੀ ਯੂ ਕਿਆਂਗ ਨਾਂਗਬਾ ਨੂੰ ਵੀ ਯਾਦ ਕਰ ਰਹੇ ਹਾਂ, ਜੋ 30 ਦਸੰਬਰ 1862 ਨੂੰ ਸ਼ਹੀਦ ਹੋ ਗਏ ਸਨ। ਯੂ ਕਿਆਂਗ ਨਾਂਗਬਾ ਦਾ ਜਨਮ ਜੋਬਾਈ 'ਚ ਹੋਇਆ ਸੀ। ਇਸ ਖੇਤਰ ਦੇ ਹੋਰਨਾਂ ਆਜ਼ਾਦੀ ਸੰਗਰਾਮੀਆਂ ਦੇ ਉਲਟ ਉਹਨਾਂ ਦੀ ਕੋਈ ਸ਼ਾਹੀ ਪਿੱਠਭੂਮੀ ਨਹੀਂ ਸੀ ਅਤੇ ਉਹ ਇੱਕ ਸਧਾਰਨ ਕਿਸਾਨ ਸਨ। ਅੰਗਰੇਜ਼ਾਂ ਨੇ ਜਦ 1835 ਵਿੱਚ ਜੈਂਤੀਆ ਸਾਮਰਾਜ ਉੱਤੇ ਕਬਜ਼ਾ ਕੀਤਾ, ਉਸ ਵੇਲੇ ਭਾਵੇਂ ਕਿ ਉਹ ਬਾਲਕ ਸਨ, ਪਰ ਅੰਗਰੇਜ਼ਾਂ ਦੀ ਪੱਖਪਾਤੀ ਨੀਤੀਆਂ ਤੋਂ ਬਹੁਤ ਦੁਖੀ ਸਨ। ਅੰਗਰੇਜ਼ਾਂ ਨੇ ਸ਼ੁਰੂ 'ਚ ਘੱਟ ਤੋਂ ਘੱਟ ਦਖਲ ਅੰਦਾਜ਼ੀ ਦੀ ਨੀਤੀ ਅਪਣਾਈ, ਪਰ 2 ਦਹਾਕਿਆਂ ਤੋਂ ਵੱਧ ਦੇ ਸਮੇਂ ਲਈ ਜੈਂਤੀਆ ਲੋਕਾਂ ਨੂੰ ਤਕਰੀਬਨ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਆਪਣੇ ਹਾਲ ਉੱਪਰ ਛੱਡ ਦਿੱਤਾ। ਹਾਲਾਂਕਿ 1860 ਤੱਕ ਉਹਨਾਂ ਨੇ ਜੈਂਤੀਆ ਉੱਪਰ ਟੈਕਸ ਦਾ ਭਾਰ ਵਧਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹਨਾਂ ਵਿਚਾਲੇ ਅਸੰਤੋਸ਼ ਵੱਧ ਗਿਆ। ਜੈਂਤੀਆ ਲੋਕਾਂ ਨੇ 1862 ਵਿੱਚ ਨੌਜਵਾਨ ਯੂ ਕਿਆਂਗ ਨਾਂਗਬਾ ਦੀ ਅਗਵਾਈ 'ਚ ਜ਼ਬਰਦਸਤ ਵਿਦਰੋਹ ਦਾ ਬਿਗੁਲ ਵਜਾ ਦਿੱਤਾ। ਨਾਂਗਬਾ ਇੱਕ ਮਹਾਨ ਆਯੋਜਕ ਦੇ ਰੂਪ 'ਚ ਉਭਰੇ ਤੇ ਗ੍ਰਿਫਤਾਰੀ ਤੋਂ ਬਚਣ ਲਈ ਆਪਣੀ ਪਛਾਣ ਗੁਪਤ ਰੱਖੀ। ਉਹ ਬ੍ਰਿਟਿਸ਼ ਖੂਫੀਆ ਸੇਵਾ ਨੂੰ ਮਾਤ ਦੇਣ 'ਚ ਕਾਮਯਾਬ ਰਹੇ ਤੇ ਬਿਨਾਂ ਕਿਸੇ ਸ਼ੱਕ ਦੇ ਆਪਣੇ ਸਾਰੇ ਸਾਥੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਜੈਂਤੀਆ ਅੰਗਰੇਜ਼ਾਂ ਦੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕੇ ਤੇ ਆਖਰ ਹਾਰ ਗਏ। ਉਸ ਗੈਰ ਬਰਾਬਰੀ ਦੀ ਲੜਾਈ 'ਚ ਸੈਂਕੜੇ ਜੈਂਤੀਆ ਮਾਰੇ ਗਏ। ਯੂ ਕਿਆਂਗ ਨਾਂਗਬਾ ਨੂੰ ਧੋਖੇ ਨਾਲ ਫੜ ਲਿਆ ਗਿਆ ਤੇ 30 ਦਸੰਬਰ 1862 ਨੂੰ ਜਨਤਕ ਤੌਰ ਤੇ ਫਾਂਸੀ ਦੇ ਦਿੱਤੀ ਗਈ। ਇਸ ਮਹਾਨ ਆਜ਼ਾਦੀ ਸੰਗਰਾਮੀ ਨੂੰ ਸਾਡੀ ਸ਼ਰਧਾਂਜਲੀ। ਅੱਜ ਅਸੀਂ ਆਜ਼ਾਦੀ ਘੁਲਾਟੀਏ ਤੇ ਸਿੱਖਿਆ ਸ਼ਾਸਤਰੀ ਕਨਈਆ ਲਾਲ ਮਾਨਿਕ ਲਾਲ ਮੁਨਸ਼ੀ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 30 ਦਸੰਬਰ 1887 ਨੂੰ ਗੁਜਰਾਤ ਦੇ ਭਰੂਚ ਵਿੱਚ ਹੋਇਆ ਸੀ। ਉਹਨਾਂ ਨੇ ਮਹਾਤਮਾ ਗਾਂਧੀ ਦੇ ਆਸ਼ੀਰਵਾਦ ਸਦਕਾ 1938 ਵਿੱਚ ਮਸ਼ਹੂਰ ਸਿੱਖਿਆ ਸੰਸਥਾਨ ਭਾਰਤੀ ਵਿਦਿਆ ਭਵਨ ਦੀ ਸਥਾਪਨਾ ਕੀਤੀ। ਕਨਈਆ ਲਾਲ ਮਾਨਿਕ ਲਾਲ ਮੁਨਸ਼ੀ ਇੱਕ ਹੋਣਹਾਰ ਵਿਦਿਆਰਥੀ ਸਨ ਅਤੇ ਉਹ BA ਅਤੇ LLB ਪ੍ਰੀਖਿਆ 'ਚ ਅਵਲ ਰਹੇ ਸਨ। ਉਹ ਆਜ਼ਾਦੀ ਸੰਗਰਾਮ 'ਚ ਸ਼ਾਮਿਲ ਹੋਣ ਲਈ ਕ੍ਰਾਂਤੀਕਾਰੀ ਨੇਤਾ ਸ਼੍ਰੀ ਅਰਬਿੰਦੋ ਘੋਸ਼ ਤੋਂ ਪ੍ਰਭਾਵਿਤ ਸਨ। ਬੰਬੇ 'ਚ ਵਕਾਲਤ ਕਰਦੇ ਹੋਏ ਐਨੀ ਬੇਸੈਂਟ ਦੀ ਹੋਮ ਰੂਲ ਲੀਗ ਵਿੱਚ ਸ਼ਾਮਿਲ ਹੋ ਗਏ ਤੇ ਉਸ ਸਮੇਂ ਦੇ ਕਈ ਪ੍ਰਮੁੱਖ ਆਜ਼ਾਦੀ ਘੁਲਾਟੀਆਂ ਜਿਵੇਂ ਸੁਰੇਂਦਰਨਾਥ ਬਨਰਜੀ ਅਤੇ ਮਹਾਤਮਾ ਗਾਂਧੀ ਨੂੰ ਮਿਲੇ। 1927 ਵਿੱਚ ਉਹ ਬੰਬੇ ਵਿਧਾਨ ਸਭਾ ਲਈ ਚੁਣੇ ਗਏ, ਪਰ ਬਾਰਡੋਲੀ ਸੱਤਿਆਗ੍ਰਹਿ ਮਗਰੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹਨਾਂ ਨੇ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਵੀ ਹਿੱਸਾ ਲਿਆ ਤੇ 2 ਵਾਰ ਜੇਲ੍ਹ ਗਏ। ਕਨਈਆ ਲਾਲ ਮਾਨਿਕ ਲਾਲ ਮੁਨਸ਼ੀ 1937 ਦੇ ਬੰਬੇ ਪ੍ਰੈਜ਼ੀਡੈਂਸੀ ਚੋਣ ਵਿੱਚ ਫਿਰ ਚੁਣ ਲਏ ਗਏ ਤੇ ਗ੍ਰਹਿ ਮੰਤਰੀ ਬਣੇ। ਉਹਨਾਂ ਨੇ ਰਾਜ ਵਿੱਚ ਫਿਰਕੂ ਦੰਗਿਆਂ ਨੂੰ ਸ਼ਾਂਤ ਕਰਨ ਵਿੱਚ ਮਦਦ ਕੀਤੀ।
ਆਜ਼ਾਦੀ ਮਗਰੋਂ ਮਾਨਕ ਲਾਲ ਮੁੰਸ਼ੀ ਨੂੰ ਭਾਰਤ ਦੀ ਸੰਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਤੇ ਉਹਨਾਂ ਨੇ ਖਰੜਾ ਕਮੇਟੀ, ਸਲਾਹਕਾਰ ਕਮੇਟੀ, ਮੁੱਢਲੇ ਅਧਿਕਾਰਾਂ ਉੱਪਰ ਸਬ ਕਮੇਟੀ ਤੇ ਅਗਸਤ 1947 ਵਿੱਚ ਭਾਰਤ ਦੇ ਝੰਡੇ ਦੀ ਚੋਣ ਕਰਨ ਵਾਲੀ ਝੰਡਾ ਕਮੇਟੀ ਸਮੇਤ ਕਈ ਕਮੇਟੀਆਂ 'ਚ ਕੰਮ ਕੀਤਾ। ਕਨ੍ਹੱਈਆ ਲਾਲ ਮਾਨਕ ਲਾਲ ਮੁੰਸ਼ੀ 1971 ਵਿੱਚ ਆਪਣੀ ਮੌਤ ਤੱਕ ਰਾਸ਼ਟਰ ਲਈ ਵਚਨਬੱਧ ਰਹੇ। ਇਸ ਮਹਾਨ ਦੇਸ਼ ਭਗਤ ਨੂੰ ਸਾਡਾ ਨਮਨ।